सेवा दा नूर मस्तक चमके चमके वो सिखा सेवा दा नूर मस्तक चमके सेवा दा नूर मस्तक चमके चमके वो सिखा सेवा दा नूर मस्तक चमके चमके वो सिखा सेवा दा नूर मस्तक चमके चमके वो सिखा सेवा दा नूर मस्तक चमके सेवा अंगद कमाई जिंद कुरान खेलाई सेवा अंगद कमाई जिंद कुरान खेलाई सेवा अंगद कमाई जिंद कुरान खेलाई अंगद कमाई जिंद कुरान खेलाई ओ गुरु अंदर साई तू जांदे नी दूर मस्तक चमके सेवा दा नूर मस्तक चमके चमके सेवा दा नूर मस्तक चमके दिखा सेवा दा नूर मस्तक चमके चमके वो दिखा सेवा दा नूर मस्तक चमके कबीर सेवा को दोए पले तो शांत राम राम जो दाता मुक्त को शांत जपावे नाम परम सत्कारयोग गुरु जी की साजी ते नवाजी हुई साध संगत जी आओ अमृत वेले दा समा होया है भगवान वाली रूहां गुरु जी दे पावन पवित्र चलना विच शरशार होने वास्ते रोजाना की तरह पहुँचते हाँ बड़े भाग हैं सतगुर ने कृपा की है बड़भागी रूहां नूं जागरता की दात दी है नहीं तो मनुख सारे ही जागते हैं पर महाराज जी फरमान करते हैं गुरु के प्यारे फरमान करते हैं कहते जागते नहीं है सुते है भावे तुरे फिरते काम भी करते हैं फिर भी भाई संतोख सिंह ने लिखा कहते सुते ही फिरते हैं जागण की उन्होंने निशानी दी है जिहड़ा अंमृत वेले जां चलो दिने भी जदों समा मिलता है वो बाणी नाल जुड़ता है ਉਹਦੇ मन ਵਿੱਚ शौक है एक शौक ते प्रेम ਹੁੰਦਾ है मन ਵਿੱਚ ਚਾਹ ਹੋਵੇ भी मैं आ सेवा कर ਲਾਂ चलो 10 मिनट मन ਵਿੱਚ ਚਾਹ ਹੋਵੇ भी मैं बैठ के बाणी पढ़ ਲਾਂ ਜਾਂ सुन ਲਾਂ क्योंकि बहुतां ਦੇ ਇਹੀ ਕੰਮ ਹੁੰਦਾ ਸਾਨੂੰ ਕਿਹੜਾ ਪੜ੍ਹਨੀ ਆਉਂਦੀ ਹੈ फिर महाराज जी कहन लगे तू सुन ही लै सुन के वेख सुनिया दुख पाप का नाश सुनन दे नाल बाणी देखो दुख ते पाप कट्टे जाते ने महाराज जी कहते जे तेरे को पढ़न का समा नहीं तेन पढ़नी नहीं आती ना यही कहेगा फिर सुन लै ते जेड़े पढ़ते ते सुनते ने उन्हां दी बाबत लिखिया मन जागे दी निशानी शरीर तो जागदा है शरीर तो हर काम करता है जाग के पर भाई संतोख सिंह जी लिखते ने मन जागे दी यह निशानी मिठी लागे गुर की बानी कहते उन्होंने गुरबाणी मिठी लगती है
ਜਿਹੜਾ ਇਸ ਬਾਣੀ ਨੂੰ ਪੜ੍ਹਦਾ ਤੇ ਸੁਣਦਾ ਹੈ। ਮਹਾਰਾਜ ਜੀ ਕਹਿਣ ਲੱਗੇ, ਭਾਗਾਂ ਵਾਲਿਆਂ ਨੂੰ ਅੱਜ ਦੇ ਕਲਯੁਗ ਦੇ ਸਮੇਂ ਵਿੱਚ ਬਾਣੀ ਪੜ੍ਹਨੀ ਤੇ ਸੁਣਨੀ ਚੰਗੀ ਲੱਗਦੀ ਹੈ, ਤੇ ਨਹੀਂ ਕੀ ਹੈ, ਮਨ ਹਰਾਮੀ ਹੁਜਤਾਂ ਢੇਰ। ਪੜ੍ਹਨ ਦੀ ਇੱਕ ਪਾਸੇ ਗੱਲ ਰਹੀ, ਸੁਣ ਵੀ ਨਹੀਂ ਸਕਦੇ। ਜੇ ਸੁਣਨਗੇ ਫੇਰ ਹੀ ਦੁੱਖ ਤੇ ਪਾਪ ਜਿਹੜੀਆਂ ਤਕਲੀਫਾਂ ਨੇ ਉਹ ਕੱਟੀਆਂ ਜਾਣਗੀਆਂ। ਜਦੋਂ ਫਿਰ ਭਾਈ ਗੁਰਦਾਸ ਜੀ ਲਿਖਦੇ ਨੇ, ਹੱਥ ਨਾ ਪਹੁੰਚੇ, ਫਿਰ ਕੋਈ ਨਾ ਕੋਈ ਇਹੋ ਜਿਹੀ ਮਨ ਘੜਤ ਜੀ ਗੱਲ ਬਣਾ ਲੈਣਗੇ। ਕੀ ਕਰੀਏ? ਇਹ ਵੀ ਗੱਲ ਹੈ ਨਾ ਸਾਰਿਆਂ ਦੀ। ਸਾਰਾ ਦਿਨ ਕੰਮ ਧੰਦਾ ਕਰਦੇ ਰਹਿੰਦੇ ਆ, ਸੁਬਾਹ ਉੱਠਿਆ ਨਹੀਂ ਜਾਂਦਾ, ਗੁਰਦੁਆਰੇ ਆਇਆ ਨਹੀਂ ਜਾਂਦਾ। ਪਰ ਹੁਣ ਇਹ ਕੰਮ ਗੁਰੂ ਸਾਹਿਬ ਨੂੰ ਪੁੱਛ ਕੇ ਵੇਖ, ਤੇਰਾ ਇਹ ਕੰਮ ਹੈ ਕਿ ਤੇਰਾ ਅਸਲ ਕੰਮ ਹੈ? ਅਸਲ ਕੰਮ ਹੈ ਤੇਰਾ, ਇਹ ਤਾਂ ਦੁਨਿਆਵੀ ਕੰਮ ਨੇ। ਕਿਹੜੇ? ਮਹਾਰਾਜ ਜੀ ਕਹਿਣ ਲੱਗੇ, ਬੜੇ ਪਿਆਰ ਵਿੱਚ ਆ ਕੇ ਸਮਝਾਉਣਾ ਕਰਦੇ ਨੇ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸਲ ਤਾਂ ਤੇਰਾ ਕੰਮ ਇਹ ਹੈ, ਪਰ ਇਹਨੂੰ ਛੱਡ ਕੇ ਦੁਨੀਆ ਦੇ ਲੋਕਾਂ ਨੇ ਦੂਸਰਾ ਕੰਮ ਸਮਝ ਲਿਆ। ਨਾ ਕਰਿਆ ਅਸੀਂ ਭੁੱਖੇ ਮਰ ਜਾਵਾਂਗੇ, ਨਾ ਕਰਿਆ ਸਾਡੇ ਬੱਚੇ ਭੁੱਖੇ ਮਰ ਜਾਣਗੇ। ਪਰ ਜਿਹਨੂੰ ਆਪਣੇ ਪਿਤਾ ਉੱਤੇ ਭਰੋਸਾ ਹੀ ਨਹੀਂ, ਵਿਸ਼ਵਾਸ ਹੀ ਨਹੀਂ ਆ, ਉਹ ਸੱਚਮੁੱਚ ਹੀ ਭੁੱਖਾ ਮਰਦਾ ਹੈ। ਜਿਹਨੂੰ ਆਪਣੇ ਪਿਤਾ ਉੱਤੇ ਵਿਸ਼ਵਾਸ ਹੈ, ਮੇਰਾ ਪਿਤਾ ਬੈਠਾ ਹੈ, ਮੇਰੇ ਪਿਤਾ ਨੇ ਆਪੇ ਕੰਮ ਕਰਨਾ, ਮੇਰਾ ਆਪਣੇ ਕਾਰਜ ਸਵਾਰ ਦੇਣੇ ਮੇਰੇ ਪਿਤਾ ਨੇ, ਫਿਰ ਉਹ ਮਨੁੱਖ ਭੁੱਖਾ ਨਹੀਂ ਮਰਦਾ। ਪਿਤਾ ਕੌਣ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਇੰਨਾ ਕੁ ਭਰੋਸਾ ਹੋਵੇ। ਭਗਤ ਬੇਣੀ ਜੀ ਹੋਏ, ਬੇਣੀ ਭਗਤ, ਹਿੰਦੂ ਘਰਾਣੇ ਵਿੱਚੋਂ ਭਗਤ ਬੇਣੀ ਜੀ ਸੀ। ਉਹ ਰੋਜ਼ ਭਗਤ ਬੇਣੀ ਜੀ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਬਾਹਰ ਚਲੇ ਜਾਂਦੇ ਨੇ, ਜੰਗਲ ਵਿੱਚ ਜਾ ਕੇ ਬੈਠ ਜਾਂਦੇ ਨੇ ਲੁਕ ਕੇ। ਵੀ ਕੋਈ ਆਇਆ ਗਿਆ ਫਿਰ ਉਹ ਪੁੱਛੂ, ਕੀ ਕਰਦਾ ਹੈ, ਕਿਉਂ ਬੈਠਾ ਹੈ, ਘਰੇ ਵਗ ਜਾ। ਭਗਤ ਬੇਣੀ ਜੀ ਇੱਕ ਝਾੜ ਜਾ ਦੇਖ ਲੈਂਦੇ ਨੇ, ਉਹਦੇ ਉੱਲੇ ਬੈਠ ਜਾਂਦੇ ਨੇ, ਜਾ ਕੇ ਬੰਦਗੀ ਕਰੀ ਜਾਂਦੇ ਨੇ ਸਾਰਾ ਦਿਨ। ਘਰ ਵਿੱਚ ਕੌਣ ਹੈ? ਮਾਂ ਹੈ, ਘਰ ਵਾਲੀ ਇਸਤਰੀ ਹੈ, ਬੱਚੇ ਨੇ। ਉਹ ਕਹਿੰਦੇ ਨੇ ਕੋਈ ਕੰਮ ਧੰਦਾ ਕਰ ਲਿਆ, ਕਿ ਜਿਵੇਂ ਅੱਜ ਦੇ ਲੋਕਾਂ ਦਾ ਹੈ ਨਾ, ਦੁਨੀਆ ਦੇ ਲੋਕ ਅੱਜ ਦੇ ਵੀ ਆਹ ਹੁਣ ਸੀਜ਼ਨ ਚੱਲਦਾ, ਫਟਾਫਟ ਪੈਸੇ ਕਮਾ ਲਈਏ, ਫਿਰ ਬਹਿ ਕੇ ਛਕ ਲਾਂਗੇ। ਉਹ ਮਾਤਾ ਰੋਜ਼ ਕਹਿੰਦੀ ਹੈ, ਭਗਤ ਜੀ ਬੇਣੀ ਸਾਹਿਬ ਕੋਈ ਕੰਮ ਧੰਦਾ ਕਰ ਲਿਆ ਕਰੋ, ਤੇਰੇ ਬੱਚੇ ਨੇ ਘਰ ਵਿੱਚ ਨੇ, ਤੂੰ ਤਾਂ ਸਾਰਾ ਦਿਨ ਹੀ ਬਸ ਉੱਥੇ ਬੈਠ ਕੇ ਰੱਬ ਦੀ ਬੰਦਗੀ ਕਰੀ ਜਾਂਦਾ, ਤੇਰੇ ਘਰ ਦੇ ਕੰਮਕਾਰ ਕੌਣ ਕਰੂਗਾ? ਭਗਤ ਬੇਣੀ ਜੀ ਕਹਿਣ ਲੱਗੇ, ਮਾਂ ਅੱਜ ਮੈਂ ਜ਼ਰੂਰ ਜਾਊਂਗਾ ਕੰਮ, ਅੱਜ ਮੈਂ ਕੰਮ ਤੇ ਜਾਊਂ, ਸਿੱਧਾ ਹੋਰ ਪਾਸੇ ਨਹੀਂ ਜਾਂਦਾ। ਪ੍ਰੀਤ ਜੁੜੀ ਹੈ ਤੇ ਉਹ ਜਾ ਕੇ ਫੇਰ ਜੰਗਲ ਵਿੱਚ ਬੈਠ ਗਏ, ਬੰਦਗੀ ਕਰੀ, ਭਗਤੀ ਕਰੀ ਪਰਮਾਤਮਾ ਦੀ। ਸ਼ਾਮ ਨੂੰ ਆਏ, ਘਰ ਵਿੱਚ ਦੇਖਿਆ ਕੁਛ ਨਹੀਂ ਹੈ। ਮਾਂ ਕਹਿਣ ਲੱਗੀ, ਪੁੱਤਰਾ ਮੈਂ ਤੈਨੂੰ ਕਿਹਾ ਸੀ ਕੋਈ ਕੰਮ ਧੰਦਾ ਕਰ ਲਾ। ਮਾਂ, ਹਾਂ ਮੈਂ ਨਾ, ਇੱਕ ਮੇਰੇ ਪਰਮ ਮਿੱਤਰ ਹੈ, ਰਾਜਾ ਹੈ ਮੇਰਾ ਮਿੱਤਰ। ਰਾਜਾ ਕੌਣ ਹੈ? ਰਾਜਾ ਸਗਲੀ ਸ੍ਰਿਸ਼ਟ ਕਾ ਹਰਿਨਾਮ ਮਨ, ਪਰਮਾਤਮਾ ਰਾਜਾ ਹੈ। ਮੈਂ ਇੱਕ ਦਿਨ ਉਸ ਰਾਜੇ ਦੇ ਦਰਬਾਰ ਵਿੱਚ ਜਾ ਕੇ ਕਥਾ ਕਰਕੇ ਆਊਂਗਾ, ਫਿਰ ਕਥਾ ਤੋਂ ਬਾਅਦ ਆ ਕੇ ਨਾ ਮੈਂ ਜਿਹੜਾ ਵੀ ਕੁਝ ਹੋਇਆ ਉਹ ਤੁਹਾਨੂੰ ਦੇ ਦੂੰਗਾ। ਮਾਂ ਕਹਿਣ ਲੱਗੀ, ਚਾਹੇ ਕਥਾ ਕਰ, ਚਾਹੇ ਕੀਰਤਨ ਕਰ, ਚਾਹੇ ਰਾਜ ਦਰਬਾਰ ਵਿੱਚ ਨੌਕਰੀ ਕਰ, ਚਾਹੇ ਦਿਹਾੜੀ ਕਰ, ਜਿਹੜਾ ਕੁਝ ਮਰਜ਼ੀ ਕਰ। ਨਹੀਂ ਮਾਂ, ਅੱਜ ਮੈਂ ਜ਼ਰੂਰ ਜਾਊਂਗਾ। ਅਗਲੇ ਦਿਨ ਫੇਰ ਜਾ ਕੇ ਉੱਥੇ ਬੈਠ ਗਏ, ਬੰਦਗੀ ਕਰਨ ਲੱਗ ਪਏ। ਪਰਮਾਤਮਾ ਨੇ ਕਿਹਾ ਵੀ ਇਹ ਜਿਹੜਾ ਨਾ ਬੰਦਗੀ ਕਰਦਾ ਰਹਿੰਦਾ ਸਾਰਾ ਦਿਨ, ਉਹਨੂੰ ਘਰ ਵਿੱਚੋਂ ਗਾਲਾਂ ਪੈਂਦੀਆਂ ਨੇ, ਚਲੋ ਅੱਜ ਫਿਰ ਭਗਤ ਬੇਣੀ ਜੀ ਦੇ ਘਰ ਚੱਲੀਏ, ਮੈਰਿਜ ਕਰਦਾ, ਕਰਕੇ ਦੇਖੋ ਕਿਤੇ ਕਿਹੜੀ ਪਰਮਾਤਮਾ ਦੀ ਨੌਕਰੀ।
ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਨੌਕਰ ਹੋ ਜਾਣਾ ਮਹਾਰਾਜ ਦਾ। ਹੋ ਜਾਣਾ ਮਹਾਰਾਜ ਦਾ। ਹੋ ਜਾਣਾ ਮਹਾਰਾਜ ਦਾ। ਨੌਕਰ ਹੋ ਜਾਣਾ ਮਹਾਰਾਜ ਦਾ। ਨੌਕਰ ਹੋ ਜਾਣਾ ਮਹਾਰਾਜ ਦਾ। ਨੌਕਰ ਹੋ ਜਾਣਾ ਮਹਾਰਾਜ ਦਾ। ਹੋ ਜਾਣਾ ਮਹਾਰਾਜ ਦਾ। ਨੌਕਰ ਹੋ ਜਾਣਾ ਮਹਾਰਾਜ ਦਾ। ਮਹਾਰਾਜ ਦਾ ਨੌਕਰ ਹੋ ਜਾਣਾ ਮਹਾਰਾਜ ਦਾ। ਹੋ ਜਾਣਾ ਮਹਾਰਾਜ ਦਾ। ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਝੂਠੀ ਨੌਕਰੀ ਛੱਡ ਕੇ ਨੌਕਰ ਹੋ ਜਾਣਾ ਮਹਾਰਾਜ ਦਾ। ਭਗਤ ਬੇਣੀ ਜੀ ਕਹਿਣ ਲੱਗੇ ਮੈਂ ਇਹ ਨੌਕਰੀ ਨਹੀਂ ਕਰਨੀ, ਮੈਂ ਉਹ ਨੌਕਰੀ ਕਰਨੀ ਹੈ ਜਿਹਦੇ ਨਾਲ ਪਰਮਾਤਮਾ ਖੁਸ਼ ਹੋ ਗਿਆ ਤੇ ਆਪੇ ਹੀ ਭੇਜੂ ਸਾਰਾ ਕੁਝ। ਫਿਰ ਬੰਦਗੀ ਕਰਨ ਦਾ, ਪਰਮਾਤਮਾ ਦੀ ਭਗਤੀ ਕਰਨ ਦਾ ਫਾਇਦਾ ਹੀ ਕੀ ਹੋਇਆ ਜੇ ਆਪ ਹੀ ਕੰਮ ਕਰਨਾ ਹੋਇਆ। ਹੁਣ ਭਗਤ ਬੇਣੀ ਜੀ ਚਲੇ ਗਏ, ਬੈਠ ਕੇ ਬੰਦਗੀ ਕਰਨ ਲੱਗ ਪਏ। ਭਗਵਾਨ ਆ ਗਿਆ, ਖੁਦ ਆਪ ਅਕਾਲ ਪੁਰਖ ਚੱਲ ਕੇ ਆ ਗਏ, ਜਿਹਦੇ ਨਾਲ 33 ਕਰੋੜ ਦੇਵੀ ਦੇਵਤਾ ਹੈ। ਦੇਖੋ 33 ਕਰੋੜ ਦੇਵੀ ਦੇਵਤੇ ਨੂੰ ਖੜਾਉਣ ਵਾਸਤੇ ਕਿੰਨੀ ਜਗ੍ਹਾ ਚਾਹੀਦੀ ਹੈ। ਤੇ ਜੇ ਕਿਤੇ ਉਹਨਾਂ ਨੂੰ ਕਹਿ ਦਿਓ ਵੀ ਤੁਸੀਂ ਆਹ ਕੰਮ ਕਰੋ, ਫਿਰ ਉਹਨਾਂ ਨੇ ਮਿੰਟਾਂ ਸਕਿੰਟਾਂ ਵਿੱਚ ਹੀ ਕਰਨਾ। ਜੋ ਹਰ ਕਾ ਪਿਆਰਾ ਸੋ ਸਭਨਾ ਕਾ, ਅਚੰਤ ਕੰਮ ਕਰੈ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। ਅਚੰਤ ਅਚਨਚੇਤ ਬਸਾਏ, ਇੱਕੇ ਲਗਤ ਕੰਮ ਕਰਦੇ। ਭਗਤ ਜੀ ਪਰਮਾਤਮਾ ਨੇ ਭਗਤ ਬੇਣੀ ਜੀ ਦਾ ਰੂਪ ਧਾਰਨ ਕਰ ਲਿਆ। 33 ਕਰੋੜ ਦੇਵੀ ਦੇਵਤਿਆਂ ਨੇ, ਉਹ ਜਿਹੜੇ ਮਜ਼ਦੂਰ ਨੇ, ਮਿਸਤਰੀ ਨੇ, ਉਹਨਾਂ ਦਾ ਰੂਪ ਧਾਰਨ ਕਰ ਲਿਆ। ਆ ਕੇ ਭਗਵਾਨ ਨੇ ਪੁੱਛਿਆ, ਉਹਨਾਂ ਦੇ ਘਰ ਦੇ ਮੂਹਰੇ ਹੀ ਖੜ ਕੇ ਫਿੜਕਾ ਜਿਹਾ ਸੀ ਛੋਟਾ ਜਿਹਾ ਲੱਗਿਆ ਹੋਇਆ, ਉਹਨੂੰ ਚੱਕ ਕੇ ਅੰਦਰ ਗਏ। ਜਾ ਕੇ ਪੁੱਛਿਆ ਮਾਂ, ਕਹਿਣ ਲੱਗੀ ਭਾਈ ਹਾਂ ਦੱਸੋ ਭਗਤ ਬੇਣੀ ਜੀ ਦਾ ਘਰ ਕਿਹੜਾ? ਕਹਿੰਦੇ ਇਹੀ ਹੈ ਭਗਤ ਬੇਣੀ ਦਾ ਘਰ। ਅੱਛਾ ਕਿੱਥੇ ਨੇ ਭਗਤ ਜੀ? ਕਹਿੰਦੇ ਉਹ ਕਿਸੇ ਰਾਜੇ ਦੇ ਨਾਲ ਕਥਾ ਕਰਨ ਗਏ ਨੇ। ਅੱਜ ਭੋਲੀ ਸੀ ਮਾਂ, ਪਤਾ ਨਹੀਂ ਸੀ ਅੱਜ ਕੋਈ ਵੱਡਾ ਰਾਜਾ ਉਹਦੇ ਕਥਾ ਕਰਨ ਗਏ ਨੇ। ਪਰਮਾਤਮਾ ਨੇ ਕਿਹਾ, ਕਹਿਣ ਲੱਗੇ ਹਾਂ ਵੱਡੇ ਰਾਜੇ ਦੇ ਅੱਜ ਕਥਾ ਕਰੀ, ਰਾਜਾ ਖੁਸ਼ ਹੋ ਗਿਆ। ਤੇ ਉਸ ਰਾਜੇ ਨੇ ਤੇ ਬਾਹਰ ਜਾ ਕੇ ਦੇਖੋ ਕਿੰਨਾ ਸਮਾਨ ਭੇਜਿਆ, ਰੇੜੇ ਭਰ ਕੇ ਸਮਾਨ ਦੇ ਭੇਜਤੇ, ਰੇੜੇ ਭਰ ਕੇ ਇੱਟਾਂ ਦੇ, ਸੀਮੈਂਟ ਦੇ, ਸਰੀਏ ਦੇ। ਦੇਖੋ ਬਾਹਰ ਜਾ ਕੇ ਕੀ ਰੰਗ ਭਾਗ ਲੱਗਿਆ ਪਿਆ। ਇਹ ਤੇਰੇ ਪੁੱਤਰ ਦੀ ਤਾਕਤ ਹੈ, ਤੇਰੇ ਪੁੱਤਰ ਨੇ ਬੰਦਗੀ ਕਰੀ ਹੈ ਤੇ ਉਹ ਪਰਮਾਤਮਾ ਨੇ ਖੁਸ਼ ਹੋ ਕੇ ਆ ਕੁਝ ਭੇਜ ਦਿੱਤਾ। ਮਾਂ ਕਹਿਣ ਲੱਗੀ ਵਾਹਿਗੁਰੂ ਰਾਮ ਰਾਮ ਰਾਮ, ਸਾਡੇ ਘਰ ਇੰਨਾ ਸਮਾਨ ਤੇ ਇੰਨੇ ਬੰਦੇ ਆਏ ਕੰਮ ਕਰਨ। ਹਾਂ ਮਾਂ, ਉਹ ਰਾਜਾ ਨਾ ਖੁਸ਼ ਹੋ ਗਿਆ, ਜਿਹਦੇ ਭਗਤ ਬੇਣੀ ਜੀ ਕਥਾ ਕਰਦੇ ਨੇ, ਉਹ ਰਾਜਾ ਇੰਨਾ ਕੁ ਖੁਸ਼ ਹੋ ਗਿਆ ਬਈ ਉਸ ਰਾਜੇ ਨੇ ਸਾਰਾ ਕੁਝ ਹੀ ਭੇਜ ਦਿੱਤਾ। ਤੇ ਨਾਲ ਨਾਲ ਬਾਣੀ ਪੜ੍ਹਦੇ ਨੇ, ਕਹਿੰਦੇ ਕੀ ਨੇ? ਬਸਤਾ ਟੁੱਟੀ ਝੂੰਪੜੀ ਹੀਰ ਸਭ ਚਿੰਨਾ, ਜਾਤ ਨ ਪਾਤ ਨ ਆਦਰੋ।
बात न आरो ध्यान पर में ना मित्र नठ तन रूप नठ तन रूप किस साक न चिन्ना ओ राजा सगली सृष्टि का हर रावण बिना जिसकी तूड़ मन उतरे तिसकी धूड़ मन उतरै प्रभ होए सो प्रसन्न। तेरा पुत्र आ दुनिया दा राजा नहीं, एक दुनिया दा राजा हुंदा है, एक चक्रवर्ती राजा हुंदा है, एक महाराजा हुंदा है, एक सारी सृष्टि दा राजा हुंदा है। जे अज कल किसी नूं महाराज कहते ने महाराज, वैसे अज गुरु ग्रंथ साहब मां जो महाराज कही जाते ने सारे। महाराज दा अर्थ हुंदा है माहे नाम धरती है। जिवें नाभे वाला राजा, पटियाले वाला राजा, संगरूर वाला राजा, जींद वाला राजा, पौने 700 रियासत के राजे संत अतर सिंह नूं आके मिलते हैं। पौने 700 675 राजे रियासतां दे राजे आके संत अतर सिंह नूं मत्था टेकदे हुंदे सी। एक राजा पटियाले दा राजा है, जिथों तक राज भाग दी हद है, पटियाले दी हद है, उत्थों तक ओहदा राजा है। ਉਹਨੂੰ ਕਿਹਾ ਜਾਂਦਾ ਹੈ ਮਹਾਰਾਜਾ ਭੁਪਿੰਦਰ ਸਿੰਘ, ਮਹਾਰਾਜਾ ਜਾਦਵਿੰਦਰ ਸਿੰਘ। ਤੇ ਅੱਜ ਮੌਜੂਦਾ ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੂੰ ਵੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਕਿਹਾ ਜਾਂਦਾ ਨੇ। ਕਿਉਂ? ਕਿਉਂਕਿ ਉਹਨਾਂ ਦੀ ਉੱਥੋਂ ਤੱਕ ਜਿੱਥੋਂ ਤੱਕ ਉਹਨਾਂ ਦਾ ਰਾਜ ਹੈ, ਹੱਦ ਹੈ, ਉੱਥੋਂ ਤੱਕ ਉਹਨਾਂ ਦੀ ਧਰਤੀ ਹੈ। ਉਸ ਧਰਤੀ ਦੇ ਰਾਜੇ ਨੇ ਉਹਨਾਂ ਨੂੰ ਮਹਾਰਾਜਾ ਆਖਿਆ। ਨਮਾਹੇ ਨਾਮ ਧਰਤੀ, ਰਾਜੇ ਦਾ ਨਾਮ ਰੱਜਾ। ਰਾਜਾ ਜਿਹੜਾ ਵੈਸੇ ਰੱਜੇ ਦਾ ਅਰਥ ਵਿਦਵਾਨ ਕਰਦੇ ਨੇ, ਜਿਹੜਾ ਰੱਜਿਆ ਹੋਵੇ ਨਾ ਉਹਨੂੰ ਰਾਜਾ ਆਖਦੇ ਹਨ। ਇਹ ਕੀ ਨੇ? ਇਹ ਤੁਹਾਨੂੰ ਪਤਾ ਹੀ ਨਹੀਂ ਫਿਰ ਕੀ ਨੇ। ਜਦੋਂ ਇਲੈਕਸ਼ਨ ਆਉਣੇ ਆ, ਵੋਟਾਂ ਆਉਣੀਆਂ, ਉਸ ਵਕਤ ਫਿਰ ਕਿਤੇ ਕੁਝ ਕਰ ਦੇਣ। ਕੱਲ ਸੁਣਿਆ ਹੋਣਾ ਸਾਰਿਆਂ ਨੇ ਵੀ ਸਰਦਾਰ ਚਰਨਜੀਤ ਚੰਨੀ ਨੇ ਬਿਜਲੀ ਸਸਤੀ ਕਰ ਦਿੱਤੀ। ਪਹਿਲਾਂ ਸਾਨੂੰ 70 ਰੁਪਏ ਕੁਝ ਪੈਸੇ ਜਿਹੜੀ ਬਿਜਲੀ ਮਿਲਦੀ ਹੁੰਦੀ ਸੀ, ਉਹਨੇ ਘਟਾ ਕੇ 3 ਰੁਪਈਆਂ ਤੇ ਲਿਆਂਦੀ। ਕੀ ਭਾਵ? ਚਲੋ ਦੁਨੀਆ ਨੂੰ ਮਗਰ ਲਾਉਣਾ, ਕਿਸੇ ਨਾ ਕਿਸੇ ਲੋਟ ਲਾਉਣਾ। ਜਿਵੇਂ ਉਹ ਕਹਿੰਦੇ ਇੱਕ ਸੁਣਾਉਂਦੇ ਹੁੰਦੇ ਰੱਬ ਦੇ ਫਕੀਰ, ਉਹਨਾਂ ਨੇ ਫਰਮਾਇਆ, ਕਹਿੰਦੇ ਕੋਈ ਚੱਕੀ ਲੱਗੀ ਹੋਈ ਸੀ, ਚੱਕੀ ਦੇ ਉੱਤੇ ਉਹਨੇ ਬੋਰਡ ਲਿਖ ਕੇ ਲਾ ਦਿੱਤਾ ਬਾਹਰ ਵੀ ਇੱਥੇ 5 ਰੁਪਏ ਕਿਲੋ ਆਟਾ ਮਿਲਦਾ। ਜਿਵੇਂ ਸਾਨੂੰ ਵੀ ਭਿਖਾਰੀ ਬਣਾਤਾ ਨਾ ਇਹਨਾਂ ਨੇ, ਦੇ ਕੇ 25-25 ਕਿਲੋ ਕਣਕ ਲੋਕਾਂ ਨੂੰ ਐ ਜੁੰਡਮ ਜੁੰਡੀ ਪਹਿਲਾਂ ਇੱਥੇ ਹੀ ਕਰਾ ਦਿੱਤਾ। ਅਰਜ਼ ਕਰਦਾ ਰਾਜਾ ਬਣੋ, ਰਾਜਾ ਸਗਲੀ। ਪਰਮਾਤਮਾ ਦੇ ਅੱਗੋਂ ਨਹੀਂ ਕੋਈ ਵੀ ਮੰਗਦਾ ਹੈ। 25 ਰੁਪਏ ਉਹ ਜਿਹੜੀ 25 ਕਿਲੋ ਕਣਕ ਦੇ ਹਿਸਾਬ ਦੇ ਨਾਲ ਉੱਥੇ ਅਸੀਂ ਬਾਹਰਲੇ ਪਾਸੇ ਖੜ ਕੇ ਕਿਤੇ ਕਿਹੜੇ ਡਿਪੂ ਤੇ ਜਾ, ਕਿਤੇ ਕਿਹੜੇ ਡਿਪੂ ਤੇ ਜਾ, ਕਿਹੜਾ ਨਹੀਂ ਗਿਆ, ਸਾਰੇ ਗਏ। ਇਸ ਕਰਕੇ ਕਹਿੰਦੇ ਉਹ ਚੱਕੀ ਵਾਲੇ ਨੇ ਬਾਹਰਲੇ ਪਾਸੇ ਲਿਖ ਕੇ ਲਾ ਦਿੱਤਾ ਵੀ ਜਿਹੜਾ ਨਾ ਮੇਰੀ ਚੱਕੀ ਤੇ ਆਟਾ ਹੈ ਉਹ 5 ਰੁਪਏ ਕਿਲੋ ਹੈ। ਬੋਰਡ ਪੜ ਕੇ ਲੋਕ ਜਾਂਦੇ ਨੇ ਉੱਥੇ ਭੱਜ ਕੇ। ਉਹ ਕਹਿੰਦੇ ਵੀ ਸਾਨੂੰ ਦੇ ਦੇ ਆਟਾ। ਕੋਈ ਕਹਿੰਦਾ ਸਾਨੂੰ, ਇੱਕ ਬਹੁਤਾ ਕਾਲਾ ਗਿਆ, ਉਹ ਕਹਿੰਦਾ 30 ਕਿਲੋ ਆਟਾ ਪਾ ਦੇ ਮੈਨੂੰ ਛੇਤੀ ਦੇ। ਉਹ ਚੱਕੀ ਵਾਲੇ ਨੇ ਕਿਹਾ ਵੀ ਆਟਾ ਤਾਂ ਹੈ ਨਹੀਂ, ਮੁੱਕਿਆ ਹੋਇਆ। ਅੱਛਾ ਚਲੋ ਤੇਰੀ ਮੌਜ ਹੈ। ਉਹ ਅਗਲੀ ਚੱਕੀ ਤੇ ਚਲਿਆ ਗਿਆ। ਉੱਥੇ ਜਾ ਕੇ ਉਹਨੂੰ ਵੀ ਇਹੀ ਗੱਲ ਆਖੀ, 30 ਕਿਲੋ ਆਟਾ ਪਾ ਦੇ। ਉਹਨੇ 30 ਰੁਪਏ ਦੇ ਹਿਸਾਬ ਦੇ ਨਾਲ 3000 ਦਾ ਆਟਾ ਪਾ ਦਿੱਤਾ। ਆਟਾ ਤੋਲ ਕੇ ਕਹਿੰਦਾ ਲਿਆ ਵੀ 3000 ਰੁਪਏ ਬਣ ਗਿਆ। ਉਹ ਕਹਿੰਦਾ 3000 ਕਾਹਦਾ? ਪਿਛਲਾ ਚੱਕੀ ਵਾਲਾ ਕਹਿੰਦਾ 5 ਰੁਪਏ ਦੇਈ ਜਾਂਦਾ, ਤੂੰ 30 ਰੁਪਏ ਕਿਲੋ। ਕਹਿੰਦਾ ਹਾਂ ਉਹਦੇ ਹੈਗਾ ਆਟਾ, ਜਿੱਦੇ ਮੇਰੇ ਆਟਾ ਮੁੱਕਿਆ ਉੱਤੇ ਮੈਂ ਵੀ 2 ਰੁਪਏ ਕਿਲੋ ਕਰ ਦੂੰ। ਉਹਨੇ 3 ਕਰਿਆ, ਮੈਂ 2 ਰੁਪਏ ਕਿਲੋ ਕਰ ਦੂੰ। ਭਾਵ ਇਹੀ ਹੈ ਬਸ, ਜਿਹੜਾ ਵੀ ਆਉਂਦਾ ਕੋਈ ਕਹਿੰਦਾ 2 ਰੁਪਏ ਕਿਲੋ, ਜੇ 2 ਰੁਪਏ ਜਿਹੜੀ ਉਹ ਬਿਜਲੀ ਕਰ ਦਿਆਂਗੇ, ਆਟਾ ਇੰਨਾ ਸਸਤਾ ਕਰ ਦਿਆਂਗੇ,
ਪਰ ਭਾਵ ਗੱਲ ਇਹੀ ਹੈ ਵੀ ਇਹਦੇ ਨਾਲੋਂ ਜੇ ਕਿਤੇ ਸਾਨੂੰ ਕੋਈ 100 ਰੁਪਏ ਦੀ ਨੌਕਰੀ ਰੋਜ਼ ਦੀ ਮਿਲ ਜੇ ਨਾ, 100 ਰੁਪਏ ਮਿਲੇ ਭਾਵੇਂ 100। ਇੱਕ ਸਾਡਾ ਮੇਰਾ ਵੱਡਾ ਭਰਾ ਹੁੰਦਾ ਸੀ, ਉਹ ਚੜਾਈ ਕਰ ਗਿਆ। ਉਹ ਕਹਿਣ ਲੱਗਿਆ ਭਾਵੇਂ 100 ਰੁਪਏ ਹੀ ਮਿਲੇ ਪਰ ਰੋਜ਼ ਦਾ, ਕਹਿੰਦਾ ਉਹਦੇ ਨਾਲ ਮਨੁੱਖ ਭੁੱਖਾ ਨਹੀਂ ਮਰਦਾ। ਹੁਣ ਕਈ ਮਨੁੱਖ ਐਸੇ ਨੇ ਜਿਨ੍ਹਾਂ ਨੇ 5-4 ਦਿਨ ਵਧੀਆ ਲਾਏ, 500 ਰੁਪਇਆ ਦਿਹਾੜੀ ਮਿਲੀ, ਉਦੋਂ ਬਾਅਦ ਫਿਰ ਉਹੀ ਲੈਣ ਉੱਤੇ ਚਲੇ ਗਏ, ਉਦੋਂ ਬਾਅਦ ਫਿਰ ਕੰਮ ਖੜ ਗਿਆ, ਫਿਰ ਕੀ ਕਰਨ ਵਿਚਾਰੇ ਉਹ। ਪਰ ਮਹਾਰਾਜ ਜੀ ਨੇ ਇੱਧਰ ਲਿਖਿਆ ਰਾਜਾ ਸਗਲੀ ਸ੍ਰਿਸ਼ਟ ਕਾ, ਉਸ ਤੋਂ ਨਹੀਂ ਮੰਗਦੇ। ਇਹ ਤਾਂ ਹੁਣ 5-4 ਮਹੀਨਿਆਂ ਦੀ ਗੱਲ ਹੀ ਹੈ, ਬਿਜਲੀ 5-4 ਮਹੀਨੇ ਸਸਤੀ ਕਰ ਦਿੱਤੀ, ਉਦੋਂ ਬਾਅਦ ਫਿਰ ਉੱਥੇ ਜਾ ਬਣਨੇ ਤਾਂ ਕੰਮ। ਪਰ ਜੇ ਕਿਤੇ ਅਸਲ ਰੱਜੇ ਹੋਏ, ਰੱਜੇ ਰਾਜੇ ਕੋਲੇ ਆ ਜਾਈਏ ਨਾ, ਫਿਰ ਪਰਮਾਤਮਾ ਦੇ ਚਰਨਾਂ ਵਿੱਚ ਆ ਕੇ ਕਰੀ ਯਾਰ ਜੇ ਸੱਚੇ ਪਾਤਸ਼ਾਹ, ਨਾ ਸਾਨੂੰ ਸਸਤੀ ਬਿਜਲੀ ਚਾਹੀਦੀ ਹੈ, ਨਾ ਸਸਤਾ ਆਟਾ ਚਾਹੀਦਾ, ਨਾ ਸਸਤੀ ਕਣਕ ਚਾਹੀਦੀ ਹੈ, ਸਾਨੂੰ ਤਾਂ ਕੰਮ ਚਾਹੀਦਾ, ਕੰਮ। ਜਦੋਂ ਨਾ ਸਾਡੇ ਕੋਲ ਕੰਮ ਹੋਇਆ, ਕੰਮ ਸਾਡਾ ਵਧੀਆ ਚੱਲਦਾ ਹੋਇਆ, 4 ਪੈਸੇ ਕਣਕ ਦੀ ਕਿੱਡੀ ਗੱਲ ਲੈ ਲਾਂਗੇ। ਪਰ ਇਸ ਤਰ੍ਹਾਂ ਥੋੜੀ ਭਿਖਾਰੀਆਂ ਵਾਂਗੂ ਫਿਰ ਜਦੋਂ ਖੋਲ ਕੇ ਦੇਖਦੇ ਥੈਲਾ, ਉਹਦੇ ਵਿੱਚੋਂ ਕਣਕ ਜਿਹੜੀ ਆ ਉਹ ਖਰਾਬ ਨਿਕਲਦੀ ਹੈ, ਤੇ ਫਿਰ ਲੋਕ ਗਾਲਾਂ ਕੱਢਦੇ ਆ, ਖੜੇ ਵੀ ਸਾਰਾ ਦਿਨ ਭੁੱਖੇ ਵੀ ਮਰੇ, ਕਣਕ ਵੀ ਜਿਹੜੀ ਖਰਾਬ ਮਿਲੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਉਹ ਪਰਮਾਤਮਾ ਤੋਂ ਮੰਗੋ ਜਿਹੜਾ ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜਗੰਤਰ ਖਾਹੀ ਖਾਹੇ। ਉਸ ਰੱਬ ਕੋਲ ਆ ਕੇ ਕਿਤੇ ਕਿਹਾ ਜੋ ਮੰਗੇ ਠਾਕੁਰ ਆਪਣੇ ਤੇ, ਮੰਗੇ ਠਾਕੁਰ ਆਪਣੇ ਤੇ, ਮੰਗੇ ਠਾਕੁਰ ਆਪਣੇ ਤੇ, ਜੋ ਮੰਗੇ ਠਾਕੁਰ ਆਪਣੇ ਤੇ, ਮੰਗੇ ਠਾਕੁਰ ਆਪਣੇ ਤੇ, ਜੋ ਮੰਗੇ ਠਾਕੁਰ ਆਪਣੇ ਤੇ। ਉਹ ਸੋਈ ਸੋਈ ਦੇਵ ਮੰਗੇ ਠਾਕੁਰ ਆਪਣੇ ਤੇ, ਮੰਗੇ ਠਾਕੁਰ ਆਪਣੇ ਤੇ। ਮੰਗੇ ਠਾਕੁਰ ਆਪਣੇ ਤੇ, ਮੰਗੇ ਠਾਕੁਰ ਆਪਣੇ ਤੇ। ਸੋਈ ਸੋਈ ਦੇਵੈ ਜੋ ਮੰਗੇ ਠਾਕੁਰ ਆਪਣੇ ਤੇ, ਜੋ ਮੰਗੇ ਠਾਕੁਰ ਆਪਣੇ ਤੇ। ਹੁਣ ਬੇਣੀ ਭਗਤ ਨੇ ਕੀ ਤੋਂ ਮੰਗਿਆ? ਪਰਮਾਤਮਾ ਤੋਂ ਮੰਗਿਆ। ਕਹਿੰਦਾ ਮੈਂ ਉਸ ਪਰਮਾਤਮਾ ਦੀ ਨੌਕਰੀ ਕਰਨੀ ਹੈ, ਨੌਕਰੀ ਚਾਕਰੀ ਰੱਬ ਦੀ ਕਰਨੀ ਹੈ। ਜਿਹੜਾ ਰੱਬ ਦੀ ਨੌਕਰੀ ਚਾਕਰੀ ਕਰਦਾ ਨਾ, ਉਹ ਕਿਤੇ ਭੁੱਖਾ ਨਹੀਂ ਮਰ। ਦੇਖ ਵੀ ਲਓ ਕਿਤੇ ਪ੍ਰਤਿਆਗ ਕੇ, ਅਸੀਂ ਤਾਂ ਬੜੇ ਵਾਰੀ ਕਹਿੰਦੇ ਹੁੰਦੇ ਹੱਥ ਤੇ ਸਰੋਂ ਜਮਾ ਦੇਖੀ ਹੈ। ਆ ਹੁਣ ਪਰਸੋਂ ਹੀ ਮੈਂ ਅਰਦਾਸ ਬੇਨਤੀ ਕਰੀ, ਭਾਵੇਂ 2-3 ਦਿਨ ਹੀ ਹੋਏ ਨੇ ਹਜੇ, ਭਾਈ ਗੋਬਿੰਦ ਸਿੰਘ ਨੂੰ ਪਤਾ ਹੈ ਨਿਸ਼ਾਨ ਸਾਹਿਬ ਦਾ ਜਿਹੜਾ ਬਸਤਰ ਚਲਾਇਆ ਹੈ। ਕੱਲ ਫਿਰ ਮੈਂ ਅਰਦਾਸ ਬੇਨਤੀ ਕਰੀ, ਸੁਬਹ ਅੰਮ੍ਰਿਤ ਵੇਲੇ ਉੱਥੇ ਬਾਹਰ ਕੁਰਸੀ ਢਾ ਕੇ ਬੈਠਾ, ਉੱਥੇ ਮੈਂ ਅਰਦਾਸ ਕਰੀ, ਮਹਾਰਾਜ ਦੀਵਾਲੀ ਨੂੰ ਸਾਰੇ ਜਿਤਨੇ ਵੀ ਕੋਈ ਬਜ਼ੁਰਗ ਹੈ, ਕੋਈ ਕਿਵੇਂ ਵੀ ਹੈ, ਭਾਵੇਂ ਦੀਵਾਲੀ ਤੋਂ ਸਾਲ ਤੱਕ ਫਿਰ ਕਿਸੇ ਬਜ਼ੁਰਗ ਨੂੰ ਪੁੱਛਦੇ ਨਹੀਂ ਹੈ, ਦੀਵਾਲੀ ਵਾਲੇ ਦਿਨ ਉਹਦੇ ਚਿੱਟੇ ਕੱਪੜੇ ਪਾ ਕੇ ਤੇ ਉਹਨੂੰ ਰੋਟੀ ਖਵਾ ਦਿੰਦੇ ਨੇ। ਮਹਾਰਾਜ ਅਸੀਂ ਕਿਰਪਾ ਕਰੀਏ ਦੁਬਾਰੇ ਫਿਰ ਦੀਵਾਲੀ ਵਾਲੇ ਦਿਨ ਜਿਹੜਾ ਨਾ ਨਿਸ਼ਾਨ ਸਾਹਿਬ ਤੇ ਚੋਲਾ ਚੜਾਉਣਾ ਹੈ। ਦੇਖੋ ਗੁਰੂ ਵਾਸਤੇ ਮੰਗ ਕੇ ਵੇਖਿਆ, ਮੈਂ ਕਿਹਾ ਵੀ ਆਪਾਂ ਆਪਣੇ ਵਾਸਤੇ ਨਹੀਂ, ਗੁਰੂ ਵਾਸਤੇ ਅਰਜ਼ ਕਰੀਏ ਸੱਚੇ ਪਾਤਸ਼ਾਹ ਦੀਵਾਲੀ ਨੂੰ ਚੋਲਾ ਚਲਾਉਣਾ, ਤਕਰੀਬਨ 500-550 ਰੁਪਏ ਲੱਗਣੇ, ਵਿੱਚੇ ਸਮਾਈ ਵਿੱਚੇ ਸਾਰਾ ਕੁਝ। ਅਰਦਾਸ ਬੇਨਤੀ ਕਰੀ ਤੇ ਪਰਮਾਤਮਾ ਨੇ ਆਪਣੇ ਆਪ ਹੀ ਭੇਜ ਦਿੱਤਾ, ਕੋਈ ਦੌੜ ਗਿਆ ਉਸੇ ਵਕਤੀ। ਉਸੇ ਵਕਤੀ ਅਸੀਂ ਨਾਲ ਦੀ ਨਾਲ ਮੈਂ ਗਿਆ ਦੁਕਾਨ ਤੇ ਲੈ ਕੇ ਕੱਪੜਾ ਦੇ ਆਇਆ, ਟੇਲਰ ਨੂੰ ਵੀ ਆ ਸਿਉਂ ਕੇ ਨਿਸ਼ਾਨ ਸਾਹਿਬ ਦਾ ਬਸਤਰ ਭੇਜਦੀ, ਅਸੀਂ ਦੀਵਾਲੀ ਵਾਲੇ ਦਿਨ ਫੇਰ ਮਹਾਰਾਜ ਦੇ ਬਸਤਰ ਚਲਾਉਣਾ ਹੈ। ਗੱਲ ਭਰੋਸੇ ਦੀ ਹੈ, ਗੱਲ ਵਿਸ਼ਵਾਸ ਦੀ ਹੈ। ਉਹ ਸਾਹਮਣੇ ਫੋਟੋ ਲੱਗੀ ਹੈ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ। ਮੱਸਿਆ ਤੇ ਹਰੇਕ ਮੱਸਿਆ ਤੇ ਜਾਣਾ ਹੀ ਜਾਣਾ। ਪਿਛਲੀ ਮੱਸਿਆ ਨੂੰ ਭਾਈ ਗੋਬਿੰਦ ਸਿੰਘ ਕੇ ਪਾਠ ਸੀ, ਅਸੀਂ ਫਿਰ ਵੀ ਪਾਠ ਦੇ ਸਮਾਂ ਪਹਿਲਾਂ ਲਾ ਕੇ ਫਿਰ ਮੱਸਿਆ ਤੇ ਗਏ। ਤੇ ਹੁਣ ਦੀਵਾਲੀ ਦੀ ਮੱਸਿਆ 4 ਤਰੀਕ ਦੀ, ਅੱਜ 2 ਤਰੀਕ ਹੋ ਗਈ, 4 ਦੀ ਮੱਸਿਆ। ਅਰਜ ਬੇਨਤੀ ਕਰਦਾ ਮੈਂ, ਅਸੀਂ ਇਹ ਦੇਖ ਲੈਂਦੇ ਵੀ ਬਾਬਾ ਜੀ ਬਸ ਵੱਡੀ ਮੰਗ ਨਹੀਂ ਮੰਗੀ ਕਿਤੇ, ਅਸੀਂ ਦਿੰਦਾ ਸਤ ਦਾਤਾ, ਵੱਡੀ ਮੰਗ ਵੀ ਦਿੰਦਾ, ਐਸੀ ਗੱਲ ਨਹੀਂ। ਅਰਦਾਸ ਕਰਦੇ ਮਹਾਰਾਜ ਸੁਬਾਹ ਆਉਣਾ ਅਸੀਂ ਮਸਤੂਆਣਾ ਸਾਹਿਬ, ਤੇ ਸਾਡੇ ਮੋਟਰਸਾਈਕਲ ਵਿੱਚ ਤੇਲ ਨਹੀਂ ਹੈਗਾ, ਪਤਾ ਹੀ ਨਹੀਂ ਕਿੱਧਰੋਂ, ਇਹ ਉਹਦੀ ਮੌਜ ਆਪਣੀ ਹੈ, ਪਤਾ ਹੀ ਨਹੀਂ ਕਿੱਧਰੋਂ ਭੇਜਦਾ ਵੀ ਚਲੋ ਜਾਓ ਤੁਸੀਂ। ਤੇ ਉੱਥੋਂ ਫਿਰ ਸਾਨੂੰ ਕਥਾ ਕੀਰਤਨ ਦਾ ਚਲੋ ਕੁਝ ਨਾ ਕੁਝ ਜਿਹੜਾ ਉਹ ਬਖਸ਼ਿਸ਼ ਕਰ ਦਿੰਦੇ ਨੇ।
ਭਾਵ ਕਹਿਣ ਤੋਂ ਹੁਣ ਭਗਤ ਬੇਣੀ ਜੀ ਦੀ ਮਾਂ ਨੂੰ ਕਿਹਾ ਭਗਤ ਜੀ ਕਿੱਥੇ ਨੇ? ਕਹਿੰਦੇ ਉਹ ਤਾਂ ਕਿਤੇ ਬਾਹਰ ਗਏ, ਉਹ ਤਾਂ ਕਥਾ ਕਰਨ ਗਏ ਨੇ। ਹਾਂ, ਰਾਜਾ ਖੁਸ਼ ਹੋ ਗਿਆ ਉਹਨਾਂ ਉੱਤੇ। ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਇੱਕ ਨਾਭੇ ਦਾ ਰਾਜਾ ਹੈ, ਥੋੜੀ ਜੀ ਰਿਆਸਤ ਦਾ ਰਾਜਾ ਹੈ, ਇੱਕ ਪਟਿਆਲੇ ਦਾ ਰਾਜਾ ਹੈ, ਇੱਕ ਸੰਗਰੂਰ ਦਾ, ਇੱਕ ਜੀਂਦ ਦਾ ਰਾਜਾ ਹੈ, ਇੱਕ ਜਿਹੜਾ ਆਪਣੇ ਏਰੀਏ ਦਾ ਕਹਿ ਲਓ ਕੋਈ ਰਾਜਾ ਹੈ। ਉਹ ਜਿੱਥੋਂ ਤੱਕ ਉਹਨਾਂ ਦੀ ਹੱਦ ਹੈ ਜੂ ਹੈ ਉੱਥੋਂ ਤੱਕ ਹੈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਰੀ ਦੁਨੀਆ ਦੇ ਬ੍ਰਹਿਮੰਡ ਖੰਡ ਦੇ ਰਾਜੇ ਨੇ। ਇਸ ਕਰਕੇ ਤੇ ਉਹ ਰਾਜੇ ਦੇ ਖੁਸ਼ ਹੋ ਕੇ ਜਿਹੜਾ ਨਾ ਆ ਇੰਨਾ ਕੁਝ ਭੇਜ ਦਿੱਤਾ। ਅੱਛਾ, ਮਾਂ ਬੜੀ ਖੁਸ਼ ਹੋਈ। ਲੈ ਮਾਂ ਦੱਸ ਕਿੱਥੇ ਮਹਿਲ ਬਣਾਈਏ, ਕੁਟੀਆ ਬਣਾ ਦਈਏ। ਹੁਣ ਨਾਲ 33 ਕਰੋੜ ਦੇਵੀ ਦੇਵਤਾ ਭਗਵਾਨ ਜਿੱਥੇ ਆਪ ਆ ਜੇ ਉੱਥੇ ਫਿਰ ਕੀ ਕਹਿੰਦੇ ਨੇ, ਜਿੱਥੇ ਆਪ ਹੀ ਵਾਹਿਗੁਰੂ ਬਈ ਆਜੇ ਉਹਦੇ ਘਾਟਾ ਗੱਲ ਦਾ। ਆਪ ਹੀ ਵਾਹਿਗੁਰੂ ਆਜੇ ਉਹਦੇ ਘਾਟਾ ਕਿਹੜੀ ਗੱਲ ਦਾ। ਵਾਹਿਗੁਰੂ ਆਜੇ ਘਾਟਾ ਕਿਹੜੀ ਗੱਲ ਦਾ। ਜਿੱਥੇ ਆਪ ਹੀ ਵਾਹਿਗੁਰੂ ਆਜੇ ਘਾਟਾ ਕਿਹੜੀ ਗੱਲ ਦਾ। ਭਗਤ ਬੇਣੀ ਜੀ ਦੇ ਸੁੰਦਰ ਮਹਿਲ ਬਣਾ ਦਿੱਤੇ। ਸ਼ਾਮ ਦਾ ਵਕਤ ਹੋਇਆ, ਭਗਤ ਬੇਣੀ ਜੀ ਆਏ, ਆ ਕੇ ਪੁੱਛਦੇ ਨੇ ਆਹ ਮਹਿਲ ਕਿਹਦੇ ਨੇ? ਕਹਿੰਦੇ ਜਿਹੜੇ ਰਾਜੇ ਦੀ ਕਥਾ ਕਰਕੇ ਆ ਉਹਦੇ ਨੇ। ਮੈਂ ਕਿਸੇ ਰਾਜੇ ਦੇ ਨਹੀਂ ਗਿਆ, ਮੈਂ ਤਾਂ ਉੱਥੇ ਬੈਠਾ ਜੰਗਲ 'ਚ ਤਪ ਕਰਦਾ ਸੀ। ਬਸ ਜਿਹਦਾ ਤੂੰ ਤਪ ਕਰਦਾ ਸੀ ਉਸ ਨੇ ਭੇਜਤਾ। ਬੜੇ ਸੁੰਦਰ ਮਹਿਲ ਭਗਤ ਬੇਣੀ ਜੀ ਦੇ ਜਿਹੜੇ ਉਹ ਬਣਾ ਦਿੱਤੇ। ਗੁਰਬਾਣੀ ਵਿੱਚ ਫਿਰ ਭਗਤ ਬੇਣੀ ਜੀ ਦੀ ਬਾਬਤ ਸ਼ਲੋਕ ਵੀ ਉਚਾਰਨ ਕੀਤਾ। ਇਸ ਕਰਕੇ ਦੇਖੋ ਔਖਾ ਹੈ, ਭਰੋਸਾ ਨਹੀਂ ਵੱਜਦਾ, ਛੇਤੀ ਛੇਤੀ ਵਿਸ਼ਵਾਸ ਨਹੀਂ ਵੱਧਦਾ। ਪਤਾ ਨਹੀਂ ਹੋਊਗਾ, ਪਤਾ ਨਹੀਂ। ਮਹਾਰਾਜ ਕਹਿੰਦੇ ਜੇ ਪਤਾ ਨਹੀਂ ਵਿੱਚ ਤਾਂ ਫਿਰ ਪਤਾ ਹੀ ਨਹੀਂ ਹੈ। ਇਸ ਕਰਕੇ ਉਸ ਪਰਮਾਤਮਾ ਦੀ ਬੰਦਗੀ ਕਰਨੀ ਸਭ ਤੋਂ ਕਿ ਗੱਲਾਂ ਮਾਰ ਲੈਣੀਆਂ ਤਾਂ ਸੌਖੀਆਂ ਨੇ। ਗੱਲਾਂ ਤਾਂ ਹਰੇਕ ਹੀ ਮਾਰ ਲੈਂਦਾ, ਪਰ ਜਦੋਂ ਸੁਬਾਹ ਅੰਮ੍ਰਿਤ ਵੇਲੇ 3 ਵਜੇ ਉੱਠਣਾ ਪੈਂਦਾ ਨਾ, ਸਿਆਲ 'ਚ 3 ਵਜੇ, ਗਰਮੀਆਂ ਦੇ ਵਿੱਚ 2-2:30 ਵਜੇ ਉੱਠ ਕੇ ਫਿਰ ਇਸ਼ਨਾਨ ਧਿਆਨ ਕਰਕੇ ਰੱਬ ਦੀ ਬਾਣੀ ਪੜ੍ਹਨੀ, ਬੰਦਗੀ ਕਰਨੀ, ਰੱਬ ਦੇ ਦਰਸ਼ਨ ਕਰਨੇ ਔਖੇ ਨੇ। ਅਸੀਂ ਤਾਂ 8 ਵਜੇ ਉੱਠ ਕੇ ਗੱਡਾ ਕਿਲੋ ਲਮਕਦੀਆਂ ਹੁੰਦੀਆਂ, ਗੱਲਾਂ ਮਾਰ ਲੱਗ ਜਾਂਦੇ ਖੜ ਕੇ, ਆ ਫਲਾਣਾ ਕੰਮ ਮੈਂ ਇਹ ਨਹੀਂ ਕੀਤਾ, ਆਏ ਨਹੀਂ ਕੀਤਾ। ਉਹ ਫਿਰ ਰੱਬ ਕਹਿੰਦਾ ਪਹਿਲਾਂ ਆਤਾ ਸਾਫ਼ ਕਰ ਲੈ ਜਿਹੜੀਆਂ ਤੇਰੇ ਕਿਲੋ ਲਮਕਦੀਆਂ ਨੇ। ਇਸ਼ਨਾਨ ਧਿਆਨ ਕਰਕੇ ਸਰੀਰ ਦੀ ਸ਼ੁੱਧੀ ਕਰਕੇ ਤੂੰ ਦੇਖ ਤੇ ਰੱਬ ਨੂੰ ਮਿਲ ਕੇ ਫਿਰ ਪਰਮਾਤਮਾ ਕਿੰਨਾ ਕੁ ਖੁਸ਼ ਹੁੰਦਾ ਹੈ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਜਦੋਂ ਰੱਬ ਖੁਸ਼ ਹੋ ਗਿਆ, ਪਰਮਾਤਮਾ ਖੁਸ਼ ਹੋ ਗਿਆ, ਗੁਰੂ ਅਮਰਦਾਸ ਮਹਾਰਾਜ ਜੀ ਖੁਸ਼ ਹੋ ਗਏ। ਕਹਿੰਦੇ ਸਭ ਤੋਂ ਦਾਤ ਪਹਿਲਾਂ ਤੈਨੂੰ ਆਹੀ ਪ੍ਰਾਪਤ ਹੋਣੀ ਹੈ। ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਮਨ ਵਧੀਆ ਬੋਲਾਇਆ। ਰਾਗ ਰਤਨ ਪਰਵਾਰ ਪ੍ਰਿਆਂ ਸ਼ਬਦ ਗਾਵਣ ਆਈਆਂ। ਸਭ ਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਬਸਾ। ਬੈ ਨਾਨਕ ਨ ਕੋਆ ਸਤਿਗੁਰੂ ਮੈਂ ਪਾਇਆ। ਏ ਮਨ ਤੇਰੇ ਅਨੁਸਨਾਰ ਨਾਲੀ। ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਣਾ। ਕਾਰੂ ਕਰੇ ਤੇਰਾ ਕਾਰਜ ਸਭ ਸਵਾਰਣਾ। ਗਗਨਾ ਗਲਾ ਸਮਰਤ ਸੁਆਮੀ ਸੋਖ ਮਨ ਵਿਸਾਰੇ। ਨਾਨਕ ਮਨ ਦੇ ਸਦਾਰੋ ਵਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਲੈ ਰਹਿ ਸਭ ਕੁਝ ਹੈ ਜਿਸੇ ਤੋ ਪਾਵੇ। ਸਾਸ ਸਲਾ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਮਨ ਮਨ ਵਸਿਆ ਬਾਜੇ ਸਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਪੁਖਾਂ ਸਭ ਭਗਵਾਈਆਂ। ਪ੍ਰਸਾਦ ਸੁਖ ਮਨ ਆਈ ਵਸਿਆ ਜਿਨੀ ਛਾਂ
ਸਭ ਜਾਈਆਂ ਸਭ ਕੁਰਬਾਨ ਕੀਤਾ ਗੁਰ ਵਿਟੋ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਆਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਹਰ ਜੋ ਭਾਗੈ ਸ਼ਬਦ ਬਾਟੇ ਕਲਾ ਜਿਤ ਕਰਤਾਰੀਆ ਪਾਜ ਦੂਤ ਦੁਖ ਵਾਸੋ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਦੁਰਜਨ ਕੋ ਸੇ ਨਾਮ ਹਰ ਪਹਿਲਾ ਕੇ ਨਾਨਕ ਲੈ ਸੁਖ ਆਦ ਕਰ ਅਨਹਦ ਵਾਜੀ ਆਨੰਦ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ ਉਤਰੇ ਸਗਲ ਦੂਰੇ ਰੋਗ ਸੰਤਾਪ ਉਤਰੋ ਸੁਣੀ ਸੱਚੀ ਬਾਣੀ ਜਾਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਰ ਕਾ ਤੇ ਪਵਿੱਤ ਰਤ ਕਰੇ ਆ ਭਰਪੂਰੇ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਪੂਰੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ